पेश है संतोख सिंह धीर होरां दी लिखी हुई कहानी सवेर होण तक। डूंगी रात गया चन्नण जट पक्के खूह दियां पैलियां वाह के थकेवे दा झब्बिया घरे मुड़िया ते हाड़ दे पहले महीने ने सौणी दियां वजाइयां लई जोर पा दित्ता सी ते उत्तों आ बत्त आई होई सी। फिर पता नहीं झड़ी लग जे जां इन्नी लंबी औड़ पवे कि फसलां पछेतियां हो जाण। ते ਉਹ ਬਲਦਾਂ ਨੂੰ ਪੱਠੇ ਪਾ ਕੇ ਉਹਨੇ ਹੱਥ ਪੈਰ ਧੋਤੇ ਤੇ ਕੋਠੇ ਤੇ ਰੋਟੀ ਖਾਧੀ ਤੇ ਅੱਖ ਦਬਣ ਲਈ ਮੰਜੇ ਉੱਤੇ ਟੇਢਾ ਹੋ ਗਿਆ। ਸਵੇਰੇ ਵੱਡੇ ਤੜਕਿਓਂ ਜਾ ਕੇ ਮਾਰੂਆਂ ਦੀ ਟੁਕੜੀ 'ਚ ਜਵਾਰ ਦਾ ਛਿੱਟਾ ਖਿਲਾਰਨਾ ਤੇ ਫਿਰ ਜੋਤੇ ਪੱਕੇ ਖੂਹ ਦੀ ਦੋਹਰ ਕਰਕੇ ਮੱਕੀ ਵੇਚਣੀ ਸੀ। ਸੁੱਖ ਵਿੱਚ ਲੱਤਾਂ ਲਮਿਆਰ ਕੇ ਉਹ ਖਿੜੇ ਹੋਏ ਤਾਰਿਆਂ ਵੱਲ ਤੱਕਦਾ ਨੀਂਦ ਦੇ ਲੋਰ ਵਿੱਚ ਅੱਖਾਂ ਲਾਉਣ ਲਈ ਲੱਗਿਆ ਸੀ ਕਿ ਨਾਲ ਦੇ ਕੋਠੇ ਉੱਤੋਂ ਮੰਜੇ ਡਾਉਂਦਿਆਂ ਕੁੱਦਾ ਬੋਲਿਆ, ਜਾਣੀ ਦਾ ਪੱਕੇ ਕੀ ਸਾਰੀ ਖੱਤੀ ਵਾਹ ਆ ਚੰਨਣਾ। ਮੈਂ ਕਿਹਾ ਬੋਲਦਾ ਨਹੀਂ, ਥੱਕਿਆ ਹੋਏਗਾ। ਚੰਨਣ ਮੰਜੇ ਤੇ ਪਿਆ ਬੋਲਿਆ, ਚੰਨਣ ਮੰਜੇ ਤੇ ਪਿਆ ਬੋਲਿਆ, ਉਹ ਮੈਂ ਕਿਹਾ ਹੁਣ ਕਾਹਨੂੰ ਰੜਕ ਰੱਖਣੀ ਐ, ਜੋਤਾ ਹੋਰ ਕੱਸ ਕੇ ਲਾ ਲਈਏ। ਇੱਕ ਤਾਂ ਬਲਦ ਨਹੀਂ ਤੁਰਦਾ ਸਾਲਾ, ਜਮਾ ਹੀ ਰਹਿ ਖੜਿਆ ਯਾਰ। ਕਿਹੜਾ ਮੀਣਾ? ਉਹ ਨਹੀਂ, ਦੂਆ ਲਾਖਾ ਡੇਗੀ ਨਹੀਂ ਪਟਦਾ ਬਰਾਬਰ, ਤਾਂ ਹੀ ਤਾਂ ਆਹ ਵੇਲਾ ਹੋ ਗਿਆ। ਭਾਈ ਖੁਰਾਕ ਦੀ ਗੱਲ ਐ, ਕੁੱਦੇ ਨੇ ਰੱਬ ਲੱਗਦੀ ਗੱਲ ਆਖੀ। ਖੁਰਾਕ ਹੁਣ ਪਾਈ ਤਾਂ ਜਾਂਦੇ ਆ ਯਾਰ, ਜਿੰਨੀ ਪਰੋਕੋ ਐ। ਚੰਨਣ ਦੀ ਆਵਾਜ਼ 'ਚ ਬੇਬਸੀ ਸੀ। ਆਹੋ, ਕੁੱਦਾ ਮੰਜੇ ਤੇ ਟੇਢਾ ਹੋ ਗਿਆ। ਤਾਰਿਆਂ ਭਰੀ ਨੀਲੀ ਛੱਤ ਵੱਲ ਤੱਕਦੇ ਚੰਨਣ ਦੀਆਂ ਅੱਖਾਂ 'ਚ ਊਂਘ ਆਉਣ ਲੱਗੀ। ਇੱਕ ਲੋਰ 'ਚ ਨੀਂਦ ਦਾ ਟੂਣਾ ਹੋ ਰਿਹਾ ਸੀ। ਤਾਰੇ ਉਹਦੀਆਂ ਅੱਖਾਂ 'ਚ ਧੂੜ ਦੇ ਕਿਣਕੇ ਘੇਰ ਗਏ ਤੇ ਪੱਕੇ ਖੂਹ ਦੇ ਲਹਿਰੀਏ ਸਿਆੜ ਉਹਦੇ ਸੁਪਨਿਆਂ ਵਿੱਚ ਫੈਲਣ ਲੱਗੇ। ਪਰਲੇ ਵਾਸ ਟਿੱਕੀ ਰਾਤ ਵਿੱਚ ਟੌਂਕਰ ਦਾ ਕੁੱਤਾ ਨਿੰਮਾ ਹੁੰਦਾ ਉਹਦੀ ਸੁਰਤ 'ਚੋਂ ਵਿਸਰ ਗਿਆ। ਛੰਨੇ 'ਚ ਦੁੱਧ ਲੈ ਕੇ ਬਚਨੋਂ ਚੰਨਣ ਦੇ ਮੰਜੇ ਕੋਲ ਆਈ। ਲੈ ਫੜ, ਦੁੱਧ ਦੀ ਬੁੱਕ ਪੀ ਲੈ। ਚੰਨਣ ਦਾ ਠੌਂਕਾ ਲੱਗ ਰਿਹਾ ਸੀ। ਮੈਂ ਕਿਹਾ ਸੌਂ ਵੀ ਗਿਆ ਸੀਬੇ ਦੇ ਬਾਪੂ। ਉਹਨੇ ਚੰਨਣ ਦਾ ਮੋਢਾ ਝੂੜਿਆ। ਹਾਂ ਹਾਂ, ਚੰਨਣ ਅੰਬੜ ਕੇ ਬੋਲਿਆ। ਲੈ ਫੜ, ਦੁੱਧ ਪੀ ਲੈ ਉੱਠ ਕੇ ਕੋਸਾ ਕੋਸਾ। ਚੰਨਣ ਉੱਠ ਕੇ ਮੰਜੇ ਤੇ ਬਹਿ ਗਿਆ ਤੇ ਦੁੱਧ ਦਾ ਛੰਨਾ ਫੜ ਕੇ ਊਂਘਦਾ ਊਂਘਦਾ ਪੀਣ ਲੱਗਾ। ਆਲੇ ਦੁਆਲੇ ਕੋਠਿਆਂ ਉੱਤੇ ਲੋਕ ਚੁੱਪ-ਚਾਪ ਪਏ ਸੀ। ਕੁੱਦੇ ਦੀ ਵੀ ਅੱਖ ਲੱਗੀ ਜਾਪਦੀ ਸੀ। ਬਚਨੋਂ ਪੈਦ ਵੱਲ ਮੰਜੇ ਦੀ ਬਾਹੀ ਉੱਤੇ ਬਹਿ ਗਈ। ਲੋਹੜੇ ਦਾ ਵੱਟ ਹੋ ਰਿਹਾ ਸੀ ਤੇ ਉਦੋਂ ਹੀ ਇੱਕ ਪਾਣੀ ਦਾ ਭਿੱਜਿਆ ਬੁੱਲਾ ਆਇਆ। ਦੂਰ ਪਹਾੜ ਦੀ ਕੁੱਖ ਵਿੱਚ ਕਾਲੀ ਘਟਾ ਘਿਰੀ ਹੋਈ ਸੀ, ਜਿਸ ਵਿੱਚੋਂ ਕਦੇ ਕਦੇ ਬਿਜਲੀ ਅੱਖ ਮਾਰ ਜਾਂਦੀ। ਬਚਨੋਂ ਨੇ ਹੌਲੀ ਜਿਹੀ ਆਖਿਆ, ਬੱਦਲ ਅੱਜ ਫੇਰ ਖੌਰੇ ਮੰਜੇ ਹੇਠਾਂ ਲਹਾ ਕੇ ਹਟੇਗਾ। ਖਾਲੀ ਛੰਨਾ ਬਚਨ ਵੱਲ ਕਰਦੇ ਉਹਨੇ ਹੁਗਾਰਾ ਦਿੱਤਾ। ਸੋਹਣਾ ਕਿਹੜਾ ਮਿਲਦਾ ਹੈ, ਸਹੁਰਾ ਨੀਂਦ ਭਰ ਕੇ 2 ਰਾਤਾਂ ਹੋ ਗਈਆਂ ਨੇ। ਇਸੇ ਤਰ੍ਹਾਂ ਹੁੰਦਿਆਂ ਨੂੰ ਨੀਂਦ 'ਚ ਕੀਲਿਆ ਚੰਨਣ ਫੇਰ ਮੰਜੇ ਉੱਤੇ ਢੇਰੀ ਹੋ ਗਿਆ। ਪੈਂਦ ਪਈ ਖੇਸੀ ਉਹਨੇ ਟੰਗਾ ਤੇ ਖਿੱਚ ਲਈ। ਬਚਨੋਂ ਦੇ ਮੰਜੇ ਤੋਂ ਨਿੱਕੀ ਕੁੜੀ ਵਿਲਕ ਉੱਠੀ। ਉਹ ਉੱਠ ਕੇ ਉਹਦੇ ਨਾਲ ਜਾ ਪਈ। ਵੱਟ ਫੇਰ ਹੋ ਗਿਆ ਸੀ। ਅੱਧ ਪੈਰ ਵੀ ਨਹੀਂ ਬੀਤਿਆ ਹੋਣਾ ਕਿ ਚੰਨਣ ਦੇ ਪਿੰਡੇ ਉੱਤੋਂ ਸੂਈ ਜਿਹੀ ਆ ਚੁੱਕੀ। ਉਹਨੇ ਪਾਸਾ ਪਰਤਿਆ ਤੇ ਉਸੇ ਤਰ੍ਹਾਂ ਇੱਕ ਹੋਰ ਤੇ ਉਹਦੀ ਨੀਂਦ ਭੰਗ ਹੋਣ ਲੱਗੀ। ਕਣੀ ਲੱਗ ਪਈ ਡਿੱਗਣ ਕੋਈ ਉਹਦੇ ਕੰਨ ਵਿਲੇਲ ਪਈ, ਜਿਵੇਂ ਕੁੱਦਾ ਆਪਣੇ ਮੰਜੇ ਤੋਂ ਵਿਰਕਿਆ ਹੋਵੇ। ਮੈਂ ਕਿਹਾ ਸੀਬੋ ਦੇ ਬਾਪੂ, ਬਚਨੋਂ ਨੇ ਲਲਕਾਰ ਕੇ ਆਖਿਆ। ਮੰਜੇ ਤਾਂ ਲਾਉਣੀ ਪੈਣਗੇ ਠਾਹਾਂ। ਢੀਮਾ ਖਾ ਪਏ ਰਹੋ, ਕਿਤੇ ਨਹੀਂ ਪਰਲੋ ਆਉਂਦੀ। ਚੰਨਣ ਨੇ ਖੇਸੀ ਹੋਰ ਉੱਤੇ ਖਿੱਚ ਕੇ ਸਵਾਰ ਲਈ। ਫੇਰ ਦਾ ਹਵੜ ਦਵੜ ਪੈ ਜਾਣੀ ਹੈ। ਬਚਨੋਂ ਫਿਕਰ ਨਾਲ ਘਾਬਰਦੀ ਸੀ। ਕਿਤੇ ਨਹੀਂ ਪੈਂਦੀ, ਤੂੰ ਪਈ ਰਹਿ। ਗੱਲ ਅਜੇ ਚੰਨਣ ਦੇ ਮੂੰਹ ਵਿੱਚ ਹੀ ਸੀ ਕਿ ਮੋਟੇ ਕਣਿਆਂ ਦੇ ਇੱਕਦਮ ਹੱਲਾ ਬੋਲ ਦਿੱਤਾ। ਆਲੇ ਦੁਆਲੇ ਸਾਰੇ ਕੋਠਿਆਂ ਉੱਤੇ ਹਫੜਾ ਦਫੜੀ ਮਚ ਗਈ। ਮੰਜੀਆਂ ਭੰਗੂੜਿਆਂ ਉੱਤੇ ਜੁੱਲੀਆਂ
ਰੋਲਿਆਂ ਵਿੱਚ ਪਏ ਘੂਕ ਨਿਆਣੇ ਡੌਰ ਭੌਰ ਹੋ ਗਏ। ਚੰਨਣ ਬੌਂਦਲ ਕੇ ਮੰਜੀ ਉੱਤੇ ਦਰੀ ਦੀ ਪੂਣੀ ਕਰਨ ਲੱਗਾ। ਬਚਨੋਂ ਨੇ ਤਿੱਖੀ ਹੋ ਕੇ ਆਖਿਆ, ਤੂੰ ਇੱਥੇ ਗਿਣਤੀ ਅੱਗੇ ਗਿਣੀ ਜਾਂਦਾ, ਉੱਤਰ ਕੇ ਮੰਜੇ ਫੜ, ਮੈਂ ਉੱਤੋਂ ਲਮਕਾਉਣੀ ਹੈ। ਵਾਛੜ ਦੇ ਕੰਟਾਏ ਕੱਚ ਨੀਂਦਰੇ ਨਿਆਣੇ ਰੋਣ ਲੱਗੇ। ਗਲੀ ਵਿੱਚ ਖਲੋ ਕੇ ਚੰਨਣ ਬਨੇਰੇ ਉੱਤੋਂ ਮੰਜੇ ਬਿਸਤਰੇ ਫੜਨ ਲੱਗਾ। ਬਚਨੋਂ ਮੀਂਹ ਵਿੱਚ ਬੌਂਦਲੀ ਛੇਤੀ ਛੇਤੀ ਲਮਕਾਈ ਜਾਂਦੀ ਸੀ। ਪਤਾ ਨਹੀਂ ਸੁੱਕੇ ਅੰਬਰ ਕਿੱਥੋਂ ਕੜਕ ਚੜ ਕੇ ਆ ਗਈ। ਦੇਖਦੇ ਦੇਖਦੇ 45 ਚੱਲਣ ਲੱਗ ਪਏ। ਦੀਵਾ ਬਾਲ ਕੇ ਮੀਂਹ ਵਿੱਚ ਭਿੱਜੇ ਸਿੱਜੇ ਨਿਆਣਿਆਂ ਨੂੰ ਚੰਨਣ ਨੇ ਮੰਜਿਆਂ ਤੇ ਸੁੱਟ ਦਿੱਤਾ। ਦਲਾਨ ਅਤੇ ਕੋਠੜੀਆਂ ਦੇ ਮੋਗੇ ਢੱਕ ਕੇ ਪਾਣੀ ਨਾਲ ਨੁੱਚੜਦੀ ਬਚਨੋਂ ਥੱਲੇ ਆ ਗਈ ਤੇ ਕੁੜਤੀ ਦਾ ਪੱਲਾ ਨਿਚੋੜਦੀ ਖਿਜ ਨਾਲ ਕੜਕ ਕੁੱਟ ਕੇ ਬੋਲੀ, ਜੋਤੇ ਦੀ ਕਹਿਣੀ ਹੈ, ਬੱਦਲ ਸਿਰ ਤੇ ਖੜਾ, ਜਦੇ ਨਹੀਂ ਸਿਰ ਹੀ ਨਹੀਂ ਚੱਕਿਆ। ਸਾਰੇ ਜਣੇ ਦਲਾਨ ਵਿੱਚ ਮੰਜੀਆਂ ਜੁੱਲੀਆਂ ਉੱਤੇ ਕਿਤੇ ਨਾ ਕਿਤੇ ਡਿੱਗ ਪਏ। ਛਾਛੜੇ ਦਾ ਮੀਂਹ ਜਿਵੇਂ ਆਇਆ ਸੀ ਉਹ ਵੀ ਇੱਕਦਮ ਚਲਾ ਗਿਆ। 45 ਹੌਲੀ ਹੌਲੀ ਹੁੰਦੇ ਤਤੀਰੀਆਂ ਵਿੱਚ ਰਹਿ ਗਏ। ਅੰਦਰ ਲੋਹੜੀ ਦਾ ਹੁਮ ਸੀ। ਹੌਲੀ ਹੌਲੀ ਹਵਾ ਬਿਲਕੁਲ ਬੰਦ ਹੋ ਗਈ। ਦੀਵੇ ਦੀ ਲਾਟ ਸਿੱਧੀ ਸਤੋਰ ਖੜੀ ਸੀ। ਤੋੜ ਤੋੜ ਖਾਂਦਾ ਮੱਛਰ ਕੰਨਾਂ ਕੋਲ ਬੀੜ ਵਜਾਉਂਦਾ ਸੀ। ਸੁੱਤੇ ਪਏ ਨਿਆਣੇ ਤਰੇਲੀਆਂ ਵਿੱਚ ਗੱਜ ਹੋ ਗਏ। ਤੱਤੀ ਹਵਾ ਨਾਲ ਘਰ ਪੱਠੇ ਵਾਂਗ ਤਪ ਰਿਹਾ ਸੀ। ਅਕਲ ਕਾਣ ਹੋਇਆ ਚੰਨਣ ਲੜ ਵਾਂਗ ਬੋਲਿਆ, ਬੋਗਾ ਤਾਂ ਖੁੱਲਾ ਰਹਿਣ ਦਿੰਦੀ, ਮੀਂਹ ਤਾਂ ਘੱਟ ਵੜ ਕੇ ਆਇਆ ਸੀ, ਫੇਰ ਕੌਣ ਪਰ ਜਾਂਦਾ। ਅੰਦਰ ਤਾਂ ਅੱਗ ਲੱਗੀ ਜਾਂਦੀ ਹੈ, ਮੱਛਰ ਊਂ ਤੋੜ ਤੋੜ ਖਾਂਦਾ। ਚੰਨਣ ਨੇ ਪਿੰਡਾ ਖੁਰਕਦਿਆਂ ਕਿਹਾ। ਪਸੀਨੇ 'ਚ ਪਿਚਕੀ ਹੋਈ ਕੈਲੋ ਭਗੂੜੀ ਉੱਤੇ ਠਿਸ ਠਿਸ ਕਰਨ ਲੱਗੀ। ਵਿਲਕਦੀ ਛੋਟੀ ਕੁੜੀ ਬਚਨੋਂ ਤੋਂ ਨਾਲ ਨਹੀਂ ਲਾਈ ਜਾ ਰਹੀ ਸੀ। ਉਹਨੇ ਪੱਖੀ ਝੱਲ ਕੇ ਨਿਆਣੀ ਨੂੰ ਚੁੱਪ ਕਰਾਉਣਾ ਚਾਹਿਆ। ਵੱਡੀ ਕੁੜੀ ਸੀਬੋ ਪਾਣੀ ਹੋਈ ਆਪਣੇ ਭਗੂੜੇ ਉੱਤੇ ਉੱਠ ਬੈਠੀ। ਬਾਬਾ ਨੀਂਦ ਕਿਹੜਾ ਆਉਂਦੀ ਹੈ, ਨੀ ਬੇਬੇ ਆਪਾਂ ਦੀਵੇ ਹੀ ਬੁਝਾ ਦੋ। ਸੀਬੋ ਤੋਂ ਛੋਟਾ ਭਿੰਦਰ ਬੋਲਿਆ। ਉਹਨੂੰ ਦੀਵੇ ਦੇ ਚਾਨਣ ਤੋਂ ਵੀ ਸੇਕ ਆਉਂਦਾ ਜਾਪਦਾ ਸੀ। ਚੰਨਣ ਉੱਠ ਕੇ ਬਾਹਰ ਗਲੀ 'ਚ ਆਇਆ। ਕਣੀਆਂ ਤਾਂ ਬੰਦ ਨੇ, ਬੱਦਲ ਤਾਂ ਦੀਦਾ ਨੇ ਕਿਤੇ। ਹੁਣ ਜੈ ਖਾਣਾ ਐਵੇਂ ਭਾਜੜ ਪਾ ਦਿੰਦਾ ਅੱਜ ਕੱਲ੍ਹ ਦਾ ਮੀਂਹ। ਬਚਨੋਂ ਪਈ ਪਈ ਅੰਦਰੋਂ ਬੋਲੀ, ਨੀ ਬੇਬੇ ਗਲੀ 'ਚ ਕੱਢ ਲਓ ਮੰਜੇ। ਸੀਬੋ ਨੇ ਕਾਹਲੀ ਪੈ ਕੇ ਆਖਿਆ, ਆਹੋ ਬੁੱਢੀ, ਗਲੀ ਵਿੱਚ ਡਾਹ ਲੈਂਦੇ ਆ। ਚੰਨਣ ਅੰਦਰ ਆ ਕੇ ਬਾਹਰ ਕੱਢਣ ਲਈ ਮੰਜਾ ਚੁੱਕਣ ਲੱਗਾ। ਬਚਨੋਂ ਉੱਠ ਕੇ ਬੂਹੇ ਵਿੱਚ ਆਏ ਉੱਪਰ ਵੱਲ ਤੱਕਣ ਲੱਗੀ। ਹੁਣ ਤਾਂ ਦੀਦਾ ਨਹੀਂ ਕਿਸੇ ਪਾਸੇ, ਐਨ ਸਾਫ਼ ਹੈ ਅੰਬਰ। ਗੁਆਂਢੋਂ ਕੇਸਰੀ ਤਖਾਣੀ ਨੇ ਹੰਗੂਰਾ ਦਿੱਤਾ, ਨੀ ਭਾਵਾਂ ਕੱਲਾ ਕੱਲਾ ਤਾਰਾ ਗਿਣ ਲੈ, ਜਦ ਆਉਂਦਾ ਹੈ ਪਟਬੇਲੀ ਚੱਕ ਦਿੰਦਾ ਚੰਦਰਾ। ਬਾਬਾ ਮਾਲਕ ਨੂੰ ਕੌਣ ਕਹੇ। ਤੇ ਚੜਾਉਣ ਲਈ ਆਪਣੇ ਨੀਵੇਂ ਬਨੇਰੇ ਉੱਤੇ ਮੰਜੇ ਦੇ ਪਾਵੇ ਅੜਾਉਂਦਾ ਕੁੱਦਾ ਬੋਲਿਆ, ਮੈਂ ਕਿਹਾ ਹੁਣ ਤੂੰ ਉੱਤੇ ਹੀ ਚੜਾ ਲੈ ਮੰਜੇ, ਗਲੀ 'ਚ ਨਹੀਂ ਸੂਤ ਆਉਣਾ। ਬਚਨੋਂ ਨੇ ਗਲੀ 'ਚ ਮੰਜਾ ਅੜਾਉਂਦੇ ਚੰਨਣ ਨੂੰ ਆਖਿਆ, ਨਹੀਂ ਹੁਣ 2 ਘੰਟੇ ਪਿੱਛੇ ਕਿੱਥੇ ਧੂੜ ਘੜੀਸ ਕਰੀਏ, ਰਾਤ ਅੱਧੀ ਟੁੱਟ ਚੱਲੀ ਹੈ। ਦੇਖ ਤਾਂ ਖਿੱਤਿਆ ਕਿੱਥੇ ਸਰਕ ਆਈਆਂ। ਗਲੀ 'ਚ ਕਿਹਦਾ ਡਾਹੇਗਾ, ਨਾਲੇ 100 ਡੰਗਰ ਪਸ਼ੂ। ਤੂੰ ਚੱਲ ਉੱਤੇ, ਮੈਂ ਫੜਾਉਣੀ ਆ ਮੰਜੇ, ਘੜੀ ਆਰਾਮ ਨਾਲ ਤਾਂ ਲੰਘੇ। ਚੰਗਾ ਫਿਰ ਫੜਾ। ਸੀਬੇ ਚੱਕ ਤਾਂ ਨਿਆਣਿਆਂ ਨੂੰ। ਭਿੰਦਰ ਉੱਠ ਓਏ, ਭਿੰਦਰ ਉੱਠ ਓਏ, ਮੰਜਾ ਕਢਾ ਬਾਹਰ। ਕਹਿੰਦਿਆਂ ਚੰਨਣ ਪੌੜੀ ਦੇ ਡੰਡੇ ਤੇ ਚੜ੍ਹਦਾ ਬਨੇਰੇ ਉੱਤੇ ਜਾ ਬੈਠਿਆ ਤੇ ਬਚਨੋਂ ਨੇ ਬਾਹਾਂ ਤੇ ਸਹਾਰ ਕੇ ਮੰਜੇ ਬਿਸਤਰੇ ਫੜਾਏ। ਚੰਨਣ ਨੇ ਮੁੜ ਥਾਂ ਥਾਈਂ ਨਿਆਣਿਆਂ ਨੂੰ ਪਾਇਆ। ਬਚਨੋਂ ਨੇ ਦੀਵਾ ਬੁਝਾ ਕੇ ਜਿੰਦਾ ਲਾਇਆ ਤੇ ਪੌੜੀ ਦੇ ਸਿਖਰਲੇ ਡੰਡੇ ਚੜ੍ਹਦੀ ਬੋਲੀ, ਇਹ ਵਾਗਰੂ, ਹੇਠਾਂ ਨਾਲੋਂ ਸਾਹ ਤਾਂ ਆਉਂਦਾ ਹੈ। ਨਿਆਣਿਆਂ ਨੂੰ ਮੰਜੀਆਂ ਤੇ ਲਿਟਾ ਸਵਾਰ ਕੇ ਬਚਨੋਂ ਮੋਗਾ ਖੋਲਣ ਗਈ ਤਾਂ ਕੋਠੜੀ ਤੇ ਉਹਦੀ ਅੱਡੀ ਧਸ ਗਈ ਤੇ ਫੇਰ ਮੁੜ ਕੇ ਆਉਂਦੀ ਦਾ ਬਨੇਰੇ ਉੱਤੇ ਪੈਰ ਤਿਲਕ ਗਿਆ। ਮਸੀਂ ਡਿੱਗਣ ਤੋਂ ਬਚੀ। ਉਹ ਖਿੱਚ ਕੇ ਬੁੜਬੁੜਾਉਣ ਲੱਗੀ, ਕਹਿ ਗੱਲ ਕਿਹਾ ਦੋਜਕੀ ਨੂੰ, ਰੋਹੀ ਵਾਲੀ ਕਿੱਕਰ ਵੱਢ ਕੇ 2 ਖਣ ਉੱਤੇ ਛੱਤ ਲੈਂਦੇ ਆ, ਨਾਲੇ ਕੋਠੜੀ ਦੀਆਂ ਕੜੀਆਂ ਚੜਾ ਲਾਂਗੇ। ਜੱਟ ਨੇ ਇੱਕ ਨਹੀਂ ਸੁਣੀ, ਲੋਕੀ ਐਸਾਂ ਲੁੱਟਦੇ ਨੇ।
ਇੱਥੇ ਜੂਨ ਕੱਟਣੀ। ਨਹੀਂ ਹੁਣ ਇਤਿਹਾਸ ਮਾ ਛੱਤਣ ਬੈਠਾ ਮੈਂ ਕੋ ਉਹ ਕੋਠੇ ਜਿੱਡੀ ਧੀ ਦੇ ਕਾਰਜ ਬਾਰੇ ਆਖਣ ਲੱਗਾ ਸੀ। ਉਹਨੂੰ ਕੋਲ ਪਈ ਮੁਟਿਆਰ ਧੀ ਦੀ ਲਿਹਾਜ਼ ਮਾਰ ਗਈ। ਉਹ ਤਾਂ ਕੀ ਲੱਲਰ ਰਾਉਣਾ ਲੜੂ ਲੜੂ ਕਰਦੀ ਉਹ ਮੰਜੇ ਕੋਲ ਆ ਗਈ। ਚੰਗਾ ਪੈ ਜਾ ਟਾਈਮ ਨਾਲ, ਚੰਗਾ ਪੈ ਜਾ ਹੁਣ ਆਰਾਮ ਨਾਲ, ਟੈਂ ਲਾਈ ਆ ਹੂੰ ਵਾਧੂ। ਆਪ ਤੋਂ ਨੀਵੇਂ ਵੱਲ ਦੇਖ ਕੇ ਡੰਗ ਨਿਕਲਦਾ। ਆਹੋ ਭਾਈ ਆਹੋ, ਆਹ ਗੱਲ ਤਾਂ ਸੱਚ ਹੈ ਚੰਨਣ ਦੀ। ਨਾਲ ਦੇ ਘਰ ਦੀ ਨੀਵੀਂ ਛੱਤ ਤੋਂ ਕਰਮ ਸਿਉ ਦੀ ਅੰਮਾ ਨੇ ਹਾਂ ਵਿੱਚ ਹਾਂ ਮਿਲਾਈ। ਵੱਟ ਨਾਲ ਫੇਰ ਸਾਹ ਬੰਦ ਹੋਣ ਲੱਗਾ ਸੀ, ਜਿਵੇਂ ਮੀਂਹ ਕਦੇ ਵਰੇ ਹੀ ਨਹੀਂ ਹੁੰਦਾ। ਬੋਬੀ ਅਤਰੀ ਦੇ ਵਿਹੜੇ ਵਿੱਚ ਉੱਗੀ ਕਿੱਕਰ ਚੁੱਪ-ਚਾਪ ਖਲੋਤੀ ਸੀ। ਗਰਮੀ ਨਾਲ ਜਿੱਚ ਹੋ ਕੇ ਚੰਨਣ ਕੁਦਰਤ ਦੇ ਪ੍ਰਬੰਧ ਵਿਰੁੱਧ ਬੋਲਿਆ। ਕੋਈ ਚੰਦਰਾ ਪਾਪੀ ਬੈਠਾ ਪਹਿਰੇ ਉੱਤੇ, ਅੱਜ ਤਾਂ ਪੱਤਾ ਨਹੀਂ ਹਿਲਦਾ। ਮਾੜੇ ਦਾ ਦੁੱਖ ਹੀ ਦੁੱਖ। ਹੇਠੋਂ ਡੰਗਰਾਂ ਵਾਲੇ ਘਰ ਅੱਗੇ ਗਲੀ ਵਿੱਚ ਮੰਜਾ ਡਾਹੀ ਪਿਆ ਮੈਂਗਲ ਵਿਹੜੇ ਵਾਲਾ ਬੋਲਿਆ। ਆਪਣੀ ਥਾਂ ਉਹ ਤਰਲੋ ਬੱਚੀ ਹੋ ਰਿਹਾ ਸੀ। ਨੀ ਬੇਬੇ ਮੱਛਰ ਲੜੀ ਜਾਂਦਾ। ਭਿੰਦਰ ਮੰਜੇ ਦੀ ਦੌੜ ਉੱਤੇ ਗਿੱਟੇ ਰਗੜਦਾ ਬੋਲਿਆ। ਬੋਬੀ ਅਤਰੀ ਦੀ ਕਿੱਕਰ ਦੀਆਂ ਟਹਿਣੀਆਂ ਥੋੜਾ ਹਿੱਲਣ ਲੱਗੀਆਂ। ਨਿੱਕੀ ਨਿੱਕੀ ਹਵਾ ਰੁਕ ਪਈ, ਜਿਸ ਵਿੱਚ ਗਿੱਲੇ ਕੋਠਿਆਂ ਦੀ ਹਮਕ ਰਲੀ ਹੁੰਦੀ ਸੀ। ਘੁੱਦੇ ਨੇ ਸੁੱਖ ਦਾ ਸਾਹ ਲਿਆ ਤੇ ਆਪਣੇ ਮੰਜੇ ਤੋਂ ਕਿਹਾ, ਲੈ ਬਈ ਚੰਨਣਾ, ਬਦਲ ਗਿਆ ਪਹਿਰਾ। ਆ ਬੈਠਾ ਕੋਈ ਧਰਮੀ ਪੁਰਸ਼। ਆਹੋ ਪੁੱਤ, ਦੂਰੋਂ ਕਰਮ ਸਿਉ ਦੀ ਅੰਮਾ ਬੋਲੀ। ਧਰਮੀਆਂ ਦੀ ਕਿਹੜਾ ਤੋਟ ਹੈ ਜੱਗ ਤੇ। ਆ ਤਾਂ ਕੋਈ ਧਰੂ ਹੈ, ਧਰੂ ਅੰਮਾ। ਘੁੱਦਾ ਰਮਕਦੀ ਪਾਉਣ ਦੇ ਬੁੱਲੇ ਲੁੱਟਦਾ ਬੋਲਿਆ। ਚੰਨਣ ਦੀ ਅੱਖ ਲੱਗ ਰਹੀ ਸੀ। ਉਹਨੂੰ ਚੁੱਪ ਪਿਆ ਦੇਖ ਕੇ ਘੁੱਦਾ ਨੇ ਉੱਚੀ ਬੋਲ ਕੇ ਆਖਿਆ, ਚੰਨਣਾ, ਉਹ ਚੰਨਣਾ। ਉਹ ਚੰਨਣ ਸੁੱਤਾ ਨੀਂਦਾ ਸੀ। ਨੀਂਦ ਆਉਂਦੀ ਹੈ? ਆਹੋ ਚੰਗਾ ਫਿਰ ਸੌਂ ਜਾ। ਘੁੱਦੇ ਨੇ ਆਪ ਵੀ ਪਾਸਾ ਪਰਤ ਲਿਆ। ਨਿੱਕੀ ਨਿੱਕੀ ਪੌਣ ਨੇ ਜਿਵੇਂ ਸਭੋ ਦੁੱਖ ਧੋਤੇ ਹੋਣ। ਪੋਲੇ ਪੋਲੇ ਹੱਥੀਂ ਪਿਆਰ ਨਾਲ ਝੱਸਦੀ ਕੁਦਰਤ ਲੋਰੀਆਂ ਦੇ ਰਹੀ ਸੀ। ਹੌਲੀ ਹੌਲੀ ਸਾਰੇ ਸੌਂ ਗਏ। ਚੰਨਣ ਸਰਾਣੇ ਬਾਂਹ ਦੇ ਕੇ ਪਾਸੇ ਭਾਰ ਨੀਂਦ ਚ ਗੜੂੰਡ ਹੋ ਗਿਆ। ਅਚਨਚੇਤ ਭੁੱਖੇ ਸ਼ੇਰ ਵਾਂਗ ਪਿੰਡ ਉੱਤੇ ਬੱਦਲ ਘੋਰਿਆ। ਅੱਬੜ ਕੇ ਚੰਨਣ ਦੀ ਅੱਖ ਖੁੱਲ ਗਈ। ਮੋਟੇ ਮੋਟੇ ਭੂਰੇ ਬੱਦਲ ਚੰਨਣ ਨੂੰ ਝੱਪ ਕੇ ਆਸਮਾਨ ਉੱਤੇ ਫੈਲ ਰਹੇ ਸੀ। ਪਤਲਾ ਜਿਹਾ ਘਸਮੈਲਾ ਹਨੇਰਾ ਛਾਇਆ ਹੋਇਆ ਸੀ। ਚੰਨਣ ਉੱਠ ਕੇ ਮੰਜੇ ਤੇ ਬਹਿ ਗਿਆ ਤੇ ਪੈਰਾਂ ਨਾਲ ਜੁੱਤੀ ਢੋਣ ਲੱਗਾ। ਚਿੱਟੇ ਚਾਨਣ ਦੀ ਇੱਕ ਤਾਰ ਜਿਹੀ ਤੇਜ਼ੀ ਨਾਲ ਚੀਨਿਆਂ ਦੇ ਚਵਾਰੇ ਤੇ ਲਰਜੀ ਤੇ ਅਗਲੇ ਛਿਣ ਜ਼ੋਰ ਨਾਲ ਬਿਜਲੀ ਡਿੱਗਣ ਦੀ ਆਵਾਜ਼ ਆਈ। ਡਰ ਨਾਲ ਨਿਆਣੇ ਰੋਣ ਤੇ ਕੁੱਤੇ ਭੌਂਕਣ ਲੱਗੇ। ਰਾਮ ਰਾਮ ਹੋਣ ਲੱਗੀ। ਚੰਨਣ ਦੀਆਂ ਚੁਧਿਆਈਆਂ ਅੱਖਾਂ ਅੱਗੇ ਹਨੇਰੇ ਵਿੱਚ ਕੋਈ ਪੀਲੀ, ਹਰੀ ਤੇ ਲਾਲ ਤਾਰ ਅਜੇ ਤੱਕ ਲਰਜ ਰਹੀ ਸੀ। ਹਵਾ ਦਾ ਇੱਕ ਤਿੱਖਾ ਬੁੱਲਾ ਕਿੱਕਰ ਦੀਆਂ ਟਹਿਣੀਆਂ ਵਿੱਚ ਉਲਝ ਰਿਹਾ ਸੀ। ਬਚਨੋਂ ਠਠੰਬਰ ਕੇ ਨਿੱਕੀ ਕੁੜੀ ਨੂੰ ਹਿੱਕ ਨਾਲ ਸਾਂਭਦੀ ਉੱਠੀ। ਚੰਦਰਾ ਬਾਦ ਹੀ ਪੈ ਗਿਆ ਅੱਜ। ਖਬਰ ਨਹੀਂ ਕਿਧਰੋਂ ਆ ਗਿਆ ਚੜ ਕੇ। ਤੇ ਉਹ ਚੰਨਣ ਨੂੰ ਫਿਕਰ ਨਾਲ ਉੱਚੀ ਬੋਲੀ, ਹੁਣ ਤੂੰ ਬੈਠਾ ਕੀ ਸੋਚਦਾ? ਮੰਜੇ ਤਾਂ ਥੱਲੇ ਲਾਉਣੇ ਪੈਣਗੇ। ਥੱਲੇ ਕਿੱਥੇ ਲਾਹਾਂਗੇ ਹੁਣ? ਚੰਨਣ ਦੇ ਹੱਡ ਦੁਖ ਰਹੇ ਸੀ। ਹੋਰ ਕੀ ਕਰੇਗਾ? ਦੇਖਦਾ ਨਹੀਂ ਬੱਦਲ ਤਾਂ ਢਕੋ ਢਕੀ ਖੜਾ ਹੈ। ਉੱਠ ਝੱਟ ਕਰ। ਅਜਾ ਹੁਣ ਕਿਤੇ ਦੇਖਣ ਨੂੰ ਬੱਦਲ ਨਹੀਂ ਸੀ। ਘੰਟਾ ਪਹਿਲਾਂ ਘੁੱਦਾ ਆਪਣੇ ਮੰਜੇ ਤੇ ਉੱਠ ਕੇ ਬਹਿਦਾ ਬੋਲਿਆ। ਹਵਾ ਥੰਮ ਗਈ। ਬੱਦਲ ਘੁਲਦਾ ਜਾਂਦਾ ਸੀ। ਚੀਨੀਏ ਲੰਬੜ ਤੇ ਹੋਰ ਚਵਾਰਿਆਂ ਵਾਲੇ ਬੂਹੇ ਬਾਰੀਆਂ ਖੋਲੀ ਆਰਾਮ ਨਾਲ ਚਵਾਰਿਆਂ ਵਿੱਚ ਪਏ ਸੀ। ਚੰਨਣ ਨੇ ਇੱਕ ਪਲ ਸੋਚ ਕੇ ਆਖਿਆ, ਨਿਆਣਿਆਂ ਦੀਆਂ ਮੰਜੀਆਂ ਚਲਿਆਨੀ ਹੇਠ ਕਰ ਦਿੰਦੇ ਆ। ਤੂੰ ਸੀਬੋ ਨਾਲ ਹੇਠ ਚਲੀ ਜਾ, ਮੈਂ ਹਲੇ ਇੱਥੇ ਹੀ। ਕੋਈ ਕਣੀ ਝਰਨ ਲੱਗ ਪਈ। ਬਚਨੋਂ ਫਿਕਰ ਨਾਲ ਤੜਫ ਕੇ ਬੋਲੀ, ਉਹ ਤੇਰੀ ਤਾਂ ਮੱਤ ਮਾਰੀ ਗਈ। ਕੀ ਹਾਲ ਕਰਦਾ? ਚਲਿਆਨੀ ਹੇਠ ਕਿਹਨੂੰ ਪਾਏਗਾ? ਤੂੰ ਹੇਠਾਂ ਫੜਾ ਮੰਜੇ। ਨੀ ਚੰਗਾ, ਉਹ ਅੱਕ ਕੇ ਭਾਰੇ ਸੰਗ ਨਾਲ ਉੱਚੀ ਚੀਕਿਆ।
ਬਚਨੋਂ ਤੇ ਸੀਬੋ ਛੇਤੀ ਛੇਤੀ ਕੱਪੜੇ ਵਲੇਟ ਕੇ ਨਿੱਕੇ ਨਿਆਣਿਆਂ ਨੂੰ ਸਾਂਭ ਕੇ ਥੱਲੇ ਚਲੀਆਂ ਗਈਆਂ। ਕੈਲੋ ਤੇ ਭਿੰਦੀ ਜਾਗੋ ਮਿੱਟੀ ਵਿੱਚ ਪੌੜੀ ਦੇ ਡੰਡੇ ਟੋ ਟੋ ਉਤਰਨ ਲੱਗੇ। ਉਹ ਆਪ ਉੱਤੇ ਹੀ ਪੈਂਦ ਵੱਲ ਦਰੀ ਇਕੱਠੀ ਕਰਕੇ ਘਰੋੜੇ ਪੈ ਟੇਢਾ ਹੋ ਗਿਆ। ਕਣੀਆਂ ਡਿੱਗੀ ਜਾਂਦੀਆਂ ਸੀ। ਅੱਜ ਨਹੀਂ ਬਈ ਸੌਣ ਦਿੰਦਾ ਚੰਨਣਾ। ਕਣੀਆਂ ਤੋਂ ਕਾਂਟ ਕੇ ਕੁੱਦਾ ਬੋਲਿਆ, ਉਹ ਸਾਡੀ ਤਾਂ ਜੂਨ ਹੀ ਮਾੜੀ ਐ, ਨਾ ਦਿਨ ਨੂੰ ਚੈਨ ਨਾ ਰਾਤ ਨੂੰ ਨੀਂਦ। ਚੰਨਣ ਦੀਆਂ ਅੱਖਾਂ ਵਿੱਚ ਰੋੜ ਰੜਕ ਰਹੇ ਸੀ। ਮੌਜਾਂ ਤਾਂ ਚਵਾਰਿਆਂ ਵਾਲੇ ਲੁੱਟਦੇ ਆ ਭਾਈ। ਚੀਨਿਆਂ ਦੇ ਚੁਆਰੇ ਵਿੱਚ ਦੀਵੇ ਦੀ ਲੋ ਦੇਖ ਕੇ ਕੁੱਦੇ ਨੇ ਈਰਖਾ ਨਾਲ ਕਿਹਾ, ਕੁਦਰਤ ਹੈ ਭਾਈ ਮਾਲਕ ਦੀ। ਚੰਨਣ ਨੇ ਹੌਕਾ ਲਿਆ। ਘਰ ਦੀ ਤੰਗੀ ਬੁਰੀ। ਰਾਤ ਕਿੰਨੀ ਕੁ ਰਹਿੰਦੀ ਹੋਣੀ ਆ ਕੁੱਦਿਆ? ਬਥੇਰੀ ਪਈ ਆ ਹਾਲੇ। ਕਿਤੇ ਬਦਲਾ ਕਰਕੇ ਹੀ ਨੇਰਾ ਤਾਂ ਨਹੀਂ? ਕਾਹਨੂੰ, ਅੱਧੀ ਰਾਤ ਲੱਗੀ ਐ ਮਸੀ, ਹਲੇ ਤਾਰਾ ਵੀ ਨਹੀਂ ਚੜਿਆ। ਹੁਣ ਬਦਲਾ ਕਰਕੇ ਦਿਖਦਾ ਨਹੀਂ ਇੱਕ ਤਾਂ ਅੱਜ। ਤੈਂ ਚਰਾਂਦੀ ਜਾਣਾ ਹੁਣ? ਆਹੋ। ਫੇਰ ਪਿਆਰੋ ਹਲੇ ਬਥੇਰੀ ਢੇਰ ਹੈ। ਘੜੀ ਆਰਾਮ ਵੀ ਚਾਹੀਦਾ ਬੰਦੇ ਨੂੰ। ਉਹ ਜੱਟ ਨੂੰ ਆਰਾਮ ਕਿੱਥੇ। ਉਹ ਤਾਂ ਤੇਰੀ ਗੱਲ ਠੀਕ ਹੈ। ਕੁੱਦਾ ਹੁੰਗਾਰਾ ਦੇਖ ਕੇ ਚੁੱਪ ਕਰ ਗਿਆ। ਨਿੱਕਾ ਨਿੱਕਾ ਝਰਦੀਆਂ ਕਣੀਆਂ ਹੌਲੀ ਹੌਲੀ ਹੋਰ ਛਿੱਦੀਆਂ ਹੋ ਗਈਆਂ। ਘੁਲੇ ਹੋਏ ਬੱਦਲਾਂ ਥੱਲੇ ਅੜ ਖਲੋਏ ਹੁਮਸ ਨੂੰ ਹਵਾ ਦੇ ਅਪਹੁਦਰੇ ਬੁੱਲਿਆਂ ਨੇ ਲੀਰ ਲੀਰ ਕਰ ਦਿੱਤਾ ਤੇ ਕੁੱਦੇ ਅਤੇ ਚੰਨਣ ਦੀਆਂ ਆਪੋ ਵਿੱਚ ਦੀਆਂ ਗੱਲਾਂ ਮਿੱਠੇ ਮਿੱਠੇ ਲੋਰ ਵਿੱਚ ਮੁੱਕ ਗਈਆਂ। ਚੰਨਣ ਦੀਆਂ ਅੱਖਾਂ ਭਾਵੇਂ ਮਿਚੀਆਂ ਹੋਈਆਂ ਸੀ, ਪਰ ਹੁਣ ਉਹਦੇ ਮਨ ਵਿੱਚ ਨਵੀਂ ਧੁਖ ਧੁਖੀ ਸੀ। ਕਿਤੇ ਪਿਆ ਹੀ ਦਿਨ ਨਾ ਚੜ ਜਾਵੇ। ਉਹਨੇ ਸੁੱਤੇ ਸੁੱਤਿਆਂ ਆਪਣਾ ਕੰਨ ਗਲੀ ਦੇ ਵਿੜਕ ਉੱਤੇ ਲਾ ਛੱਡਿਆ ਸੀ। ਕਣੀਆਂ ਦੀ ਕਾਂਟ, ਹੱਡਾਂ ਦਾ ਥਕੇਵਾਂ ਤੇ ਕੁੱਦੇ ਦੀਆਂ ਗੱਲਾਂ ਤੋਂ ਵਿਸਰ ਕੇ ਉਹ ਮਾਰੂਆਂ ਦੀ ਖੱਤੀ ਵਿੱਚ ਚਲਾ ਗਿਆ। ਪੌ ਫੁੱਟ ਰਹੀ ਸੀ। ਆਲੇ ਦੁਆਲੇ ਲੋਕਾਂ ਦੀਆਂ ਚਰੀਆਂ ਪੁੰਗਰ ਕੇ ਨਰਮ ਨਰਮ ਹਵਾ ਵਿੱਚ ਕੰਬ ਰਹੀਆਂ ਸੀ। ਮੋਠਾਂ, ਮਾਹਾਂ, ਗੁਆਰੇ ਤੇ ਮੂੰਗੀਆਂ ਨੇ ਕੰਨ ਚੁੱਕ ਲਏ ਸੀ। ਪਰੇ ਟਿੱਬੀ ਉੱਤੇ ਜੀਤੇ ਲੰਬੜ ਦਾ ਹਲ ਵਗਦਾ ਸੀ। ਤਲੀਆਂ ਦੀ ਨਿੰਮੀ ਨਿੰਮੀ ਆਵਾਜ਼ ਉੱਤੇ ਮਿਰਜੇ ਦੀ ਕਲੀ ਉੱਚੀ ਉੱਠ ਰਹੀ ਸੀ। ਉਹ ਹੜਬੜਾ ਕੇ ਉੱਠਿਆ। ਬਨੇਰੇ ਉੱਤੇ ਮੂੰਹ ਹਨੇਰੇ ਵਿੱਚ ਕੁੱਕੜ ਬਾਂਗਾ ਦੇ ਰਹੇ ਸੀ। ਗਲੀ ਵਿੱਚੋਂ ਲੰਘਦੇ ਬਲਦਾਂ ਦੀਆਂ ਟੱਲੀਆਂ ਟਣਕ ਰਹੀਆਂ ਸੀ ਤੇ ਪੌ ਦੀ ਲੋਅ ਬੱਦਲਾਂ ਪਿੱਛੋਂ ਫੁੱਟਣੀ ਵਾਲੀ ਸੀ। ਵਿਹੜੇ 'ਚੋਂ ਬੱਦਲਾਂ ਨੂੰ ਖੋਲ ਕੇ ਟਿੱਬੀ ਵੱਲ ਤੁਰਦਾ ਚੰਨਣ ਬੋਲਿਆ, ਹਾਜ਼ਰੀ ਦੇ ਕੇ ਸੀਬੋ ਨੂੰ ਛੇਤੀ ਘੱਲਦੀ ਬਚਨ ਕੁਰੇ। ਚਾਰ ਰੱਤੀ ਰੱਤੀ ਕੈੜੀ ਰੱਖੀ। ਉਹਦਾ ਬੋਲ ਪਾਟੇ ਹੋਏ ਬਾਂਸ ਵਰਗਾ ਸੀ। ਇਹ ਸੀ ਕਹਾਣੀ ਸਵੇਰ ਹੋਣ ਤੱਕ।